ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ। ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਐਚਟੈਟ ਦੇ ਫਾਰਮ ਨਿਕਲ ਚੁੱਕੇ ਹਨ ਤੇ ਇਹਦਾ ਜੋ ਪੇਪਰ ਹੋਣਾ ਹੈ ਉਹ 2 ਜਾਂ 3 ਜਨਵਰੀ ਨੂੰ ਤੁਹਾਡਾ ਪੇਪਰ ਹੋਣਾ ਹੈ ਤੇ ਸਿਚੁਏਸ਼ਨ ਨੂੰ ਵੇਖਦੇ ਹੋਏ ਇਹ ਤਰੀਕ ਅੱਗੇ ਪਿੱਛੇ ਹੋ ਸਕਦੀ ਹੈ। ਸੋ ਐਚਟੈਟ ਜੋ ਪੰਜਾਬੀ ਦਾ TGT PGT ਲੈਵਲ ਦਾ ਜੋ ਪੰਜਾਬੀ ਦਾ ਪੇਪਰ ਹੋਣਾ ਹੈ ਉਸ ਦੇ ਸਿਲੇਬਸ ਤੇ ਉਸ ਦੇ ਪੈਟਰਨ ਸੰਬੰਧੀ ਅਸੀਂ ਗੱਲ ਕਰਾਂਗੇ ਤੇ ਉਸ ਵਿੱਚ ਕਿਹੜੀਆਂ ਕਿਤਾਬਾਂ ਸਾਨੂੰ ਪੜ੍ਹਨ ਦੀ ਜ਼ਰੂਰਤ ਹੈ, ਉਹਦੇ ਵਿੱਚ ਕਿਹੜੇ ਟੌਪਿਕ ਹਨ, ਇਹ ਅਸੀਂ ਸਾਰੀ ਚਰਚਾ ਇਸ ਵੀਡੀਓ ਦੇ ਵਿੱਚ ਕਰਾਂਗੇ। ਸੋ ਜੋ ਕਾਮਨ ਜੀ ਗੱਲ ਹੈ, ਸਭ ਤੋਂ ਪਹਿਲਾਂ ਉਸ ਬਾਰੇ ਚਰਚਾ ਕਰ ਲਈਏ ਕਿ ਜੋ ਕਾਮਨ ਹੈ ਵਿਸ਼ਾ ਉਹਦੇ ਵਿੱਚ ਹੈ ਕਿ ਐਚਟੈਟ ਤੁਹਾਡਾ TGT ਹੋਵੇ ਜਾਂ PGT ਲੈਵਲ ਹੋਵੇ। ਸੋ ਉਹਦੇ ਵਿੱਚ 4 ਭਾਗਾਂ ਦੇ ਵਿੱਚ 4 ਪਾਰਟ ਦੇ ਵਿੱਚ ਇਸ ਨੂੰ ਡਿਵਾਈਡ ਕਰ ਦਿੱਤਾ ਗਿਆ ਹੈ। ਪਹਿਲਾ ਪਾਰਟ ਤੁਹਾਨੂੰ 30 ਨੰਬਰ ਦਾ ਆਉਣਾ ਹੈ ਜਿਸ ਵਿੱਚ ਤੁਹਾਨੂੰ ਪੈਡਾਗੋਜੀ ਯਾਨੀ ਬਾਲ ਵਿਕਾਸ ਬਾਰੇ ਪ੍ਰਸ਼ਨ ਉੱਤਰ ਪੁੱਛੇ ਜਾਣਗੇ ਤੇ ਦੂਸਰਾ ਜੋ ਪਾਰਟ ਹੋਏਗਾ ਉਹ ਤੁਹਾਨੂੰ 2 ਪਾਰਟ ਦੇ ਵਿੱਚ 2 ਭਾਗਾਂ ਦੇ ਵਿੱਚ ਵੰਡ ਦਿੱਤਾ ਗਿਆ ਹੈ, ਹਿੰਦੀ ਅਤੇ ਇੰਗਲਿਸ਼ ਨੂੰ। ਸੋ 15 ਨੰਬਰ ਦੀ ਤੁਹਾਡੀ ਹਿੰਦੀ ਤੇ 15 ਨੰਬਰ ਦੀ ਤੁਹਾਡੀ ਇੰਗਲਿਸ਼ ਹੋਣੀ ਹੈ। ਸੋ ਕੁੱਲ ਇਹ 30 ਨੰਬਰ ਦਾ ਹੋ ਗਿਆ। ਤੇ ਤੀਸਰਾ ਪਾਰਟ ਜੋ ਹੈ ਇਸ ਨੂੰ ਵੀ 3 ਪਾਰਟ ਦੇ ਵਿੱਚ ਡਿਵਾਈਡ ਕਰ ਦਿੱਤਾ ਗਿਆ ਹੈ ਤੇ ਉਹ ਪਾਰਟ ਹਨ ਜੀ ਐਪਟੀਟਿਊਡ ਹੋਏਗਾ 10 ਨੰਬਰ ਦਾ, 10 ਨੰਬਰ ਦੀ ਤੁਹਾਡੀ ਰੀਜ਼ਨਿੰਗ ਹੋਏਗੀ ਤੇ 10 ਨੰਬਰ ਦੀ ਤੁਹਾਡੀ ਹਰਿਆਣਾ GK ਦੇ ਪ੍ਰਸ਼ਨ ਉੱਤਰ ਤੁਹਾਨੂੰ ਪੁੱਛੇ ਜਾਣਗੇ। ਸੋ ਇਹ 10 + 10 + 10 30 ਨੰਬਰ ਦੇ ਇਹ ਹੋ ਗਏ ਤੇ 60 ਨੰਬਰ ਦਾ ਤੁਹਾਡਾ ਆਪਣਾ ਵਿਸ਼ਾ ਹੋਏਗਾ ਜੋ ਤੁਸੀਂ ਚੂਜ਼ ਕੀਤਾ ਹੋਏਗਾ। ਸੋ ਇਹ ਵੀਡੀਓ ਪੰਜਾਬੀ ਤੇ ਹੈ, ਸੋ ਪੰਜਾਬੀ ਵਿਸ਼ੇ ਦੇ 60 ਪ੍ਰਸ਼ਨ ਤੁਹਾਨੂੰ ਆਉਣਗੇ, ਠੀਕ ਹੈ। ਇਹ ਸਾਰਾ ਟੋਟਲ MCQ ਪਾਰਟ ਦੇ ਵਿੱਚ ਹੋਏਗਾ। ਸੋ ਪੰਜਾਬੀ ਵਿਸ਼ੇ ਦੇ ਵਿੱਚ ਕਿਹੜੀਆਂ ਕਿਤਾਬਾਂ ਸਾਨੂੰ ਪੜ੍ਹਨ ਦੀ ਜ਼ਰੂਰਤ ਹੈ ਤੇ ਉਹਦੇ ਵਿੱਚ ਕਿਹੜੇ ਟੌਪਿਕ ਹੋਣਗੇ, ਆਓ ਅਸੀਂ ਇਸ ਬਾਰੇ ਚਰਚਾ ਕਰਦੇ ਹਾਂ ਜੀ। ਸੋ ਪੰਜਾਬੀ ਵਿਸ਼ੇ ਦੇ ਆਧਾਰਿਤ ਜੋ TGT ਲੈਵਲ ਹੈ, ਠੀਕ ਹੈ, ਪਾਰਟ 2 TGT 2 ਜੋ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਐਚਟੈਟ ਦਾ ਪੇਪਰ ਦੇਣਾ ਚਾਹੁੰਦੇ ਹਨ। ਸੋ ਉਹਨਾਂ ਵਾਸਤੇ ਅਸੀਂ ਦੱਸਾਂਗੇ ਕਿ ਪੰਜਾਬੀ ਦੇ ਵਿੱਚ ਜੋ ਤੁਸੀਂ ਕਿਤਾਬਾਂ ਪੜ੍ਹਨੀਆਂ ਹਨ, ਨਿਰਧਾਰਿਤ ਕਿਤਾਬਾਂ ਜੋ ਹਨ ਉਹ 6ਵੀਂ ਤੋਂ ਲੈ ਕੇ 10ਵੀਂ ਤੱਕ ਦੀਆਂ ਕਿਤਾਬਾਂ ਪੜ੍ਹਨੀਆਂ। ਕਈਆਂ ਦੇ ਮਨ ਦੇ ਵਿੱਚ ਕਨਫਿਊਜ਼ਨ ਹੁੰਦੀ ਹੈ ਕਿ ਅਸੀਂ 6ਵੀਂ ਤੋਂ 8ਵੀਂ ਤੱਕ ਦੀਆਂ ਪੜ੍ਹੀਏ। ਨਹੀਂ, 6ਵੀਂ ਤੋਂ ਲੈ ਕੇ ਤੁਸੀਂ 10ਵੀਂ ਜਮਾਤ ਤੱਕ ਦੀਆਂ ਕਿਤਾਬਾਂ ਪੜ੍ਹਨੀਆਂ ਹਨ, ਉਹ ਵੀ ਜੋ ਹਰਿਆਣਾ ਬੋਰਡ ਦੇ ਨਾਲ ਸੰਬੰਧਿਤ ਕਿਤਾਬਾਂ ਹੋਣ, ਠੀਕ ਹੈ ਜੀ। ਸੋ 6ਵੀਂ 7ਵੀਂ 8ਵੀਂ 9ਵੀਂ ਤੇ 10ਵੀਂ ਇਹ ਕਿਤਾਬਾਂ ਤੁਹਾਡੇ ਵਾਸਤੇ ਪੜ੍ਹਨੀਆਂ ਜ਼ਰੂਰੀ ਹਨ, ਠੀਕ ਹੈ। ਤੇ ਸਭ ਤੋਂ ਪਹਿਲਾਂ ਅਸੀਂ ਚਰਚਾ ਕਰਦੇ ਹਾਂ ਕਿ 6ਵੀਂ ਦੀ ਕਿਤਾਬ ਜੋ ਹਰਿਆਣਾ ਬੋਰਡ ਦੇ ਵਿੱਚ 6ਵੀਂ ਦੀ ਕਿਤਾਬ ਲੱਗੀ ਹੈ। ਸੋ ਪੰਜਾਬੀ ਦੀ ਜੋ ਸਟਾਰਟਿੰਗ ਹੈ ਉਹ 6ਵੀਂ ਕਲਾਸ ਤੋਂ ਹੈ, ਠੀਕ ਹੈ, ਜਿਹਨੂੰ ਅਸੀਂ ਪ੍ਰਵੇਸ਼ਿਕਾ ਕਹਿ ਸਕਦੇ ਹਾਂ। ਸੋ ਇਹਦੇ ਵਿੱਚ ਕਾਮਨ ਜਿਹੀਆਂ ਚੀਜ਼ਾਂ ਹਨ ਜੋ ਪੰਜਾਬੀ ਦਾ ਪੇਪਰ ਦੇ ਰਹੇ ਹਨ, ਸੋ ਉਹਨਾਂ ਨੂੰ ਇਹ ਚੀਜ਼ਾਂ ਲਗਭਗ ਆਉਂਦੀਆਂ ਹੁੰਦੀਆਂ ਹਨ, ਠੀਕ ਹੈ। ਸੋ ਫਿਰ ਵੀ ਤੁਹਾਨੂੰ ਦੱਸ ਦਈਏ ਕਿ 6ਵੀਂ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡਾ ਜ਼ਰੂਰੀ ਹੈ ਪੰਜਾਬੀ ਵਰਣਮਾਲਾ। ਸੋ ਪੰਜਾਬੀ ਵਰਣਮਾਲਾ ਪੂੜੇ ਤੋਂ ਲੈ ਕੇ ੜਾੜੇ ਤੱਕ 35 ਅੱਖਰ ਤੇ ਇੱਕ ਲਾਈਨ ਹੋਰ ਇਹਦੇ ਨਾਲ ਜੁੜਦੀ ਹੈ ਸੱਸੇ ਪੈਰ ਬਿੰਦੀ ਵਾਲੀ, ਠੀਕ ਹੈ, ਜਿਹਦੇ ਵਿੱਚ 6 ਅੱਖਰ ਹਨ। ਸੋ ਟੋਟਲ ਤੁਹਾਡੇ 41 ਅੱਖਰ ਹਨ। ਸੋ ਤੁਸੀਂ ਇਹ ਵਰਣਮਾਲਾ ਦੇ 41 ਅੱਖਰਾਂ ਨੂੰ ਪੜ੍ਹਨਾ ਹੈ। ਇਹਦੇ ਨਾਲ ਸੰਬੰਧਿਤ ਕਿਸ ਤਰ੍ਹਾਂ ਦੇ ਪ੍ਰਸ਼ਨ ਆ ਸਕਦੇ ਹਨ ਤੁਹਾਨੂੰ ਕਿ ਕਿਸ ਅੱਖਰ ਤੋਂ ਬਾਅਦ ਕਿਹੜਾ ਅੱਖਰ ਹੈ। ਕਈ ਵਾਰ ਲਾਸਟ ਟਾਈਮ ਇਹ ਇਸ ਤਰ੍ਹਾਂ ਦਾ ਪ੍ਰਸ਼ਨ ਆਇਆ ਹੋਇਆ ਹੈ, ਠੀਕ ਹੈ। ਜਾਂ ਜੋ ਬਿੰਦੀ ਵਾਲੇ ਜਿਨ੍ਹਾਂ ਦੇ ਪੈਰ 'ਚ ਬਿੰਦੀ ਪੈਂਦੀ ਹੈ ਇਹ ਕਿਸ ਤੇ ਆਧਾਰਿਤ ਆਏ ਹਨ, ਜਿਵੇਂ ਉਰਦੂ ਜਾਂ ਫਾਰਸੀ ਸ਼ਬਦ ਅਸੀਂ ਲਿਖਦੇ ਹਾਂ, ਸੋ ਉਹਨਾਂ ਨੂੰ ਸਮਝਣ ਲਈ, ਠੀਕ ਹੈ, ਇਹਨਾਂ 6 ਅੱਖਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਵਰਣਮਾਲਾ ਤੁਸੀਂ ਸਾਰੀ ਲਰਨ ਕਰਨੀ ਹੈ, ਠੀਕ ਹੈ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਮਾਤਰਾਵਾਂ ਦੀ। 10 ਮਾਤਰਾਵਾਂ ਹਨ, ਠੀਕ ਹੈ ਜੀ। ਮੁਕਤਾ ਹੈ, ਕੰਨਾ, ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ, ਲਾਵਾਂ, ਦੁਲਾਵਾਂ, ਘੋੜਾ, ਕਨੌੜਾ, ਠੀਕ ਹੈ। ਤੇ ਲਗਾ ਅੱਖਰ ਹਨ 3, ਬਿੰਦੀ, ਟਿੱਪੀ, ਅੱਧਕ ਤੇ 3 ਪੈਰੀ ਅੱਖਰ ਹਨ, ਠੀਕ ਹੈ। ਹਾਹਾ, ਰਾਰਾ, ਵਾਵਾ। ਤੁਹਾਨੂੰ ਦੱਸ ਦਈਏ ਕਿ ਵਾਵੇ ਦੀ ਵਰਤੋਂ ਹੁਣ ਪੂਰੀ ਹੋਣ ਲੱਗ ਗਈ ਹੈ। ਪਹਿਲਾਂ ਕਿਤੇ ਨਾ ਕਿਤੇ ਵਾਵਾ ਪੈਰ ਦੇ ਵਿੱਚ ਪਾਇਆ ਜਾਂਦਾ ਸੀ, ਪਰ ਵਾਵੇ ਦੀ ਵਰਤੋਂ ਹੁਣ ਪੂਰੀ ਹੋਣ ਲੱਗੀ ਹੈ, ਠੀਕ ਹੈ ਜੀ। ਇਸ ਤੋਂ ਇਲਾਵਾ ਅਸੀਂ ਗੱਲ ਕਰਦੇ ਹਾਂ ਜੋ ਤੁਹਾਡਾ ਇਸ ਦੇ ਵਿੱਚ ਚੈਪਟਰ ਹੋਏਗਾ 6ਵੀਂ ਦੇ ਵਿੱਚ, ਉਹ ਹੈ ਬਾਲ ਲੋਕ ਗੀਤ ਤੇ ਬੁਝਾਰਤਾਂ। ਬਾਲ ਲੋਕ ਗੀਤ ਤੇ ਬੁਝਾਰਤਾਂ। ਲਾਸਟ ਟਾਈਮ ਬਾਲ ਗੀਤ ਦੇ ਵਿੱਚੋਂ ਜੋ ਲੋਹੜੀ ਵਾਲੀ ਕਵਿਤਾ ਦਿੱਤੀ ਹੋਈ ਹੈ ਇਹਦੇ ਵਿੱਚ ਪ੍ਰਸ਼ਨ ਤੁਹਾਨੂੰ ਪੁੱਛਿਆ ਗਿਆ ਸੀ, ਠੀਕ ਹੈ ਜੀ। ਇੱਕ ਕਹਾਣੀ ਹੈ ਕਾਂ ਤੇ ਮਿੱਤਰ ਦੀ ਪਰਖ। ਇਸ ਤੋਂ ਇਲਾਵਾ 1-2 ਚੈਪਟਰ ਹੋਰ ਹਨ, ਜਿਵੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਹੈ, ਸੜਕ ਦੇ ਨਿਯਮ ਹਨ। ਇਹ ਕਾਮਨ ਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਅੰਡਰਸਟੈਂਡ ਅਸੀਂ ਕਰ ਸਕਦੇ ਹਾਂ। ਸੋ ਪੰਜਾਬੀ ਵਰਣਮਾਲਾ, ਮਾਤਰਾਵਾਂ, ਲਗਾ ਅੱਖਰ, ਬਾਲ ਲੋਕ ਗੀਤ ਤੇ ਬੁਝਾਰਤਾਂ, ਕਹਾਣੀ ਕਾਂ, ਮਿੱਤਰ ਦੀ ਪਰਖ।
ਸੋ 6ਵੀਂ ਕਿਤਾਬ ਦੇ ਤੁਹਾਡੇ ਟੌਪਿਕ ਇਹ ਬਣਦੇ ਹਨ, ਠੀਕ ਹੈ। ਆਓ ਹੁਣ 7ਵੀਂ ਕਿਤਾਬ ਦੀ ਚਰਚਾ ਕਰਦੇ ਹਾਂ ਜੀ। ਆਓ ਜੀ। ਸੋ 6ਵੀਂ ਤੋਂ ਬਾਅਦ ਅਸੀਂ ਚਰਚਾ ਕਰਦੇ ਹਾਂ 7ਵੀਂ ਕਲਾਸ ਦੀ। ਸੋ ਪੰਜਾਬੀ ਵਿਸ਼ੇ ਦੇ ਵਿੱਚ ਜੋ 7ਵੀਂ ਜਮਾਤ ਦੀ ਕਿਤਾਬ ਹੈ ਉਸ ਦਾ ਨਾਮ ਹੈ ਦੂਜਾ ਪੜਾਅ। ਸੋ ਦੂਜਾ ਪੜਾਅ 'ਤੇ ਆਧਾਰਿਤ ਵੀ ਪ੍ਰਸ਼ਨ ਆ ਜਾਂਦਾ ਹੈ ਕਿ ਲੱਗੀ ਹੋਈ ਕਿਤਾਬ ਦਾ ਕੀ ਨਾਮ ਹੈ, ਦੂਜਾ ਪੜਾਅ, ਜਾਂ ਇਹ ਕਿਸ ਬੋਰਡ ਵੱਲੋਂ ਲਿਖੀ ਗਈ ਹੈ, ਠੀਕ ਹੈ। ਸੋ ਇਹ ਹੈ ਦੂਜਾ ਪੜਾਅ 7ਵੀਂ ਜਮਾਤ ਦਾ, ਠੀਕ ਹੈ। ਇਹਦੇ ਵਿੱਚ ਘੱਟੋ ਘੱਟ ਆਪਣੇ ਕੋਲ 25 ਪਾਠ ਹਨ, 25 ਪਾਠ ਹਨ, ਠੀਕ ਹੈ। ਅਤੇ ਉਹ 25 ਪਾਠ ਕਿਹੜੇ ਹਨ? हे प्यारी भारत माँ, मेरा भारत देश, पिंड इयों बोलदा, साइंस सिटी, शहीद उधम सिंह, धीआं, अकल वड्डी चीज़ है, पहल, टाली बोली, बाबा शेख फरीद जी, समय दी बहार, हरियाणा प्रदेश, गुरु गोबिंद सिंह, गज़ल, साडे तिहार, ਕਾਂ ਤੇ ਚਿੜੀ। 17ਵਾਂ ਪਾਠ ਹੈ ਤਾਕਤ ਦਾ ਹੰਕਾਰ। ਫਿਰ ਗੁਲਾਬ ਦੀ ਫਸਲ, ਸੱਚ ਦਾ ਪੁਜਾਰੀ, ਕੁਲਫੀ, ਭਗਤ ਰਵਿਦਾਸ, ਮਾਂ, ਗਜ਼ਨਾ ਗੌਰੀ, ਕਲਪਨਾ ਚਾਵਲਾ। ਸਾਡਾ ਅੰਤਿਮ ਪਾਠ ਹੈ ਕੰਪਿਊਟਰ। ਸੋ ਇਹ ਜਿੰਨੇ ਵੀ ਪਾਠ ਹਨ, ਅੱਗੇ ਵੀ ਹੁਣ 8ਵੀਂ ਦੀ ਚਰਚਾ ਕਰਾਂਗੇ, ਚਾਹੇ ਇਹ 7ਵੀਂ ਜਮਾਤ ਦੇ ਪਾਠ ਹਨ, ਚਾਹੇ 8ਵੀਂ ਦੇ ਹਨ, 9ਵੀਂ ਦੇ ਹਨ, ਚਾਹੇ 10ਵੀਂ ਦੇ ਹਨ। ਇਹ ਗੱਲ ਧਿਆਨ ਰੱਖਣਾ ਕਿ ਜਿੰਨੇ ਵੀ ਪਾਠ ਹਨ ਉਹ ਕਵਿਤਾ ਹੈ, ਉਹ ਕਹਾਣੀ ਹੈ, ਕੋਈ ਲੇਖ ਹੈ, ਕੋਈ ਇਕਾਂਗੀ ਹੈ। ਸੋ ਇਹਨਾਂ ਦੇ ਇਕਾਂਗੀਕਾਰ, ਰਚਨਾਕਾਰ, ਕਹਾਣੀਕਾਰ, ਠੀਕ ਹੈ, ਕਵੀਆਂ ਦੇ ਨਾਮ ਤੁਹਾਨੂੰ ਜ਼ਰੂਰ ਪਤਾ ਹੋਣੇ ਚਾਹੀਦੇ ਹਨ, ਠੀਕ ਹੈ। ਆਓ ਹੁਣ ਅਸੀਂ 8ਵੀਂ ਜਮਾਤ ਦੇ ਵਿੱਚ ਲੱਗੀ ਕਿਤਾਬ ਬਾਰੇ ਜ਼ਿਕਰ ਕਰਦੇ ਹਾਂ ਜੀ। ਸੋ ਸਾਡੀ ਜੋ ਜਮਾਤ 8ਵੀਂ ਹੈ ਉਹਦੇ ਵਿੱਚ ਜੋ ਕਿਤਾਬ ਲੱਗੀ ਹੋਈ ਹੈ ਹਰਿਆਣਾ ਬੋਰਡ ਦੀ, ਉਸ ਦਾ ਨਾਮ ਹੈ ਉਡਾਨ। ਨਾਮ ਚੇਤੇ ਰੱਖਣਾ, ਪੰਜਾਬੀ ਦੀ 8ਵੀਂ ਦੀ ਕਿਤਾਬ ਦਾ ਨਾਮ ਹੈ ਉਡਾਨ। ਇਸ ਤੋਂ ਪਹਿਲਾਂ ਅਸੀਂ 7ਵੀਂ ਜਮਾਤ ਦੀ ਚਰਚਾ ਕੀਤੀ ਸੀ ਜਿਹਦਾ ਨਾਮ ਸੀ ਦੂਜਾ ਪੜਾਅ। ਸੋ ਉਡਾਨ ਦੇ ਵਿੱਚ ਕੁੱਲ 23 ਚੈਪਟਰ ਹਨ ਤੁਹਾਡੇ। ਸੋ 23 ਚੈਪਟਰ ਕਿਹੜੇ ਹਨ? ਹਿੰਦ ਵਾਸੀਆਂ ਨੂੰ ਅੰਤਿਮ ਸੰਦੇਸ਼, ਕਰਤਾਰ ਸਿੰਘ ਸਰਾਭਾ ਦੀ ਲਿਖੀ ਹੋਈ ਰਚਨਾ ਹੈ ਹਿੰਦ ਵਾਸੀਆਂ ਨੂੰ ਅੰਤਿਮ ਸੰਦੇਸ਼। ਦੂਜਾ ਪਾਠ ਹੈ ਸਾਡਾ ਇਬਰਾਹਿਮ ਲਿੰਕਨ। ਅਸੀਂ ਤੀਸਰਾ ਜੋ ਪਾਠ ਹੈ ਬੁੱਧੀਮਾਨ ਬਾਲਕ। ਫਿਰ ਹੈ ਡਾਕਟਰ APJ ਅਬਦੁਲ ਕਲਾਮ, ਵਹਿਮ ਭਰਮ। ਉਸ ਤੋਂ ਬਾਅਦ ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ। ਅਤੇ ਅਗਲਾ ਹੈ ਜੀ ਮਿੱਤਰ ਦੀ ਪਛਾਣ। ਧਿਆਨ ਰੱਖਣਾ ਕਿ ਮਿੱਤਰ ਦੀ ਪਛਾਣ 6ਵੀਂ ਦੇ ਵਿੱਚ ਵੀ ਅਸੀਂ ਚਰਚਾ ਕੀਤੀ ਸੀ ਕਿ ਉਹਦੇ ਵਿੱਚ ਇੱਕ ਪਾਠ ਹੈ ਮਿੱਤਰ ਦੀ ਪਛਾਣ, ਅਤੇ ਇਹ 8ਵੀਂ ਜਮਾਤ ਦੇ ਵਿੱਚ ਵੀ ਹੈ ਮਿੱਤਰ ਦੀ ਪਛਾਣ। ਸੋ ਇਹਨਾਂ ਦੋਨਾਂ ਦੀ ਕਹਾਣੀਆਂ ਤੋਂ ਜ਼ਰੂਰ ਹੈ, ਜੋ ਕਹਾਣੀਆਂ ਹਨ ਉਹ ਅਲੱਗ-ਅਲੱਗ ਹਨ, ਠੀਕ ਹੈ। ਸਾਡਾ 8ਵਾਂ ਪਾਠ ਹੈ ਜੀ ਸ਼ਹੀਦ ਭਗਤ ਸਿੰਘ, ਅਮਰ ਸ਼ਹੀਦ ਭਗਤ ਸਿੰਘ। 9ਵਾਂ ਹੈ ਫਸਲਾਂ ਦੀ ਕਹਾਣੀ। 10ਵਾਂ ਪਾਠ ਹੈ ਸਾਡਾ ਨਵੀਂ ਸੋਚ। 11ਵਾਂ ਪਾਠ ਹੈ ਜਿਉਂਦੇ ਭਗਵਾਨ। ਫਿਰ 12ਵਾਂ ਹੈ ਬਾਲਵਰੇ ਦਾ ਹੀਰੋ। 13ਵਾਂ ਹੈ ਸਕਾਊਟਿੰਗ ਅਤੇ ਗਾਈਡਿੰਗ। 14ਵਾਂ ਡਾਕਟਰ ਭੀਮ ਰਾਵ ਅੰਬੇਦਕਰ। ਅਤੇ 15ਵਾਂ ਹੈ ਕਮੀਆਂ ਦਾ ਵਿਹੜਾ। ਸਾਡਾ 16ਵਾਂ ਪਾਠ ਹੈ ਧੀਰੂ। 17ਵਾਂ ਹੈ ਪੰਜਾਬੀ। 18ਵਾਂ ਬੰਦਾ ਸਿੰਘ ਬਹਾਦਰ। 19ਵਾਂ ਪਾਠ ਹੈ 1857 ਈਸਵੀ ਦੀ ਜੋ ਕ੍ਰਾਂਤੀ ਹੋਈ ਸੀ ਉਹਦੇ ਵਿੱਚ ਹਰਿਆਣਾ ਦਾ ਕੀ ਯੋਗਦਾਨ ਸੀ। ਦੇਖੋ 7ਵੀਂ ਦੇ ਵਿੱਚ ਆਇਆ ਸੀ ਹਰਿਆਣਾ ਪ੍ਰਦੇਸ਼ ਬਾਰੇ ਜਾਣਕਾਰੀ। ਇਸ ਦੇ ਵਿੱਚ ਆਇਆ ਹੈ ਹਰਿਆਣਾ ਦਾ ਯੋਗਦਾਨ ਕੀ ਸੀ ਜੋ 1857 ਦੀ ਕ੍ਰਾਂਤੀ ਹੋਈ, ਉਹਦੇ ਜੋ ਗਦਰ ਹੋਇਆ, ਠੀਕ ਹੈ। ਸੋ ਦੋਨੋਂ ਪਾਠ ਥੋੜ੍ਹੇ ਇੰਪੋਰਟੈਂਟ ਰਹਿਣਗੇ ਕਿਉਂਕਿ ਹਰਿਆਣਾ ਦਾ ਐਸਟੇਟ ਹੈ, ਠੀਕ ਹੈ। ਤਾਂ ਇਹਦੇ ਨਾਲ ਸੰਬੰਧਿਤ ਕੁਝ ਤੁਹਾਨੂੰ ਪ੍ਰਸ਼ਨ ਜ਼ਰੂਰ ਆਉਣਗੇ ਜੀ। ਸੋ 20ਵਾਂ ਹੈ ਅੱਜ ਆਖਾਂ ਬਾਰਿਸ਼ਾਂ ਨੂੰ। 21ਵਾਂ ਪਾਠ ਹੈ ਪ੍ਰੇਮੀ ਦੇ ਨਿਆਣੇ। 22ਵਾਂ ਸਾਡਾ ਹੈ ਪਾਠ ਸਵਾਮੀ ਵਿਵੇਕਾਨੰਦ। ਅਤੇ 23ਵਾਂ ਅੰਤਿਮ ਪਾਠ ਹੈ ਸਿਰਜਣਾ। ਸੋ ਇਹ ਸੀ ਤੁਹਾਡੀ 8ਵੀਂ ਦੀ ਕਿਤਾਬ। 7ਵੀਂ ਦੇ ਵਿੱਚ ਤੁਹਾਡੇ 25 ਚੈਪਟਰ ਸਨ, 8ਵੀਂ ਦੇ ਵਿੱਚ ਤੁਹਾਡੇ 23 ਚੈਪਟਰ ਹਨ, ਠੀਕ ਹੈ। ਸੋ ਇਹ ਚਰਚਾ ਹੋਊਗੀ ਸਾਡੀ 6ਵੀਂ, 7ਵੀਂ ਅਤੇ 8ਵੀਂ ਦੀ ਕਿਤਾਬ, ਠੀਕ ਹੈ। ਹੁਣ ਆਓ ਅਸੀਂ 9ਵੀਂ ਅਤੇ 10ਵੀਂ ਜਮਾਤ ਦੇ ਵਿੱਚ ਕਿਹੜੀਆਂ ਕਿਤਾਬਾਂ ਹਨ ਅਤੇ ਉਹਨਾਂ ਦੇ ਪਾਠ ਕਿਹੜੇ ਹਨ ਇਹਨਾਂ ਬਾਰੇ ਚਰਚਾ ਕਰ ਲੈਂਦੇ ਹਾਂ। ਸੋ 8ਵੀਂ ਜਮਾਤ ਤੋਂ ਬਾਅਦ ਅਗਲੀ ਕਿਤਾਬ ਹੈ ਜੀ ਸਾਡੀ ਜਮਾਤ 9ਵੀਂ ਦੀ। ਜਮਾਤ 9ਵੀਂ ਅਤੇ 10ਵੀਂ ਮੈਂ ਇੱਕੋ ਵਾਰ 'ਚ ਦੱਸ ਦਿੰਦਾ ਹਾਂ ਕਿ ਜਮਾਤ 9ਵੀਂ ਅਤੇ 10ਵੀਂ ਦੇ ਵਿੱਚ ਜੋ ਕਿਤਾਬਾਂ ਲੱਗੀਆਂ ਹਨ ਉਹਨੂੰ 2 ਭਾਗਾਂ ਦੇ ਵਿੱਚ ਵੰਡ ਦਿੱਤਾ ਗਿਆ ਹੈ। ਸਾਡੀ ਇੱਕ ਕਿਤਾਬ ਦਾ ਨਾਮ ਹੋਏਗਾ ਸਾਹਿਤਕ ਕਿਰਨਾਂ ਅਤੇ ਦੂਜੀ ਦਾ ਨਾਮ ਹੋਏਗਾ ਸਾਹਿਤਕ ਰੰਗ। ਇਸ ਤੋਂ ਪਹਿਲਾਂ ਜੋ ਇਹ ਕਿਤਾਬਾਂ ਸਨ ਇਹਨਾਂ ਦਾ ਨਾਮ ਸੀ ਸਾਹਿਤਕ ਵੰਨਗੀਆਂ ਅਤੇ ਸਾਹਿਤਕ ਦੀਪਿਕਾ। ਸੋ ਧਿਆਨ ਰੱਖਣਾ, ਸਾਹਿਤਕ ਦੀਪਿਕਾ ਅਤੇ ਸਾਹਿਤਕ ਵੰਨਗੀਆਂ ਅਸੀਂ ਕਿਤਾਬ ਨਹੀਂ ਪੜ੍ਹਨੀ।
ਹੁਣ ਜੋ ਕਿਤਾਬਾਂ ਹਨ ਉਹ ਹਨ ਸਾਡੀਆਂ ਸਾਹਿਤਕ ਕਿਰਨਾਂ ਅਤੇ ਸਾਹਿਤਕ ਰੰਗ। ਸੋ 9ਵੀਂ ਜਮਾਤ ਤੇ 10ਵੀਂ ਜਮਾਤ ਦੀਆਂ ਕਿਤਾਬਾਂ ਦਾ ਨਾਮ ਸੇਮ ਹੀ ਹੋਵੇਗਾ, ਸਿਰਫ ਇੰਨਾ ਫਰਕ ਹੈ ਕਿ ਸਾਹਿਤਕ ਕਿਰਨਾਂ ਭਾਗ 1, ਸਾਹਿਤਕ ਰੰਗ ਭਾਗ 1 ਇਹ 9ਵੀਂ ਜਮਾਤ ਵਾਸਤੇ ਹੋਵੇਗੀ ਤੇ ਸੇਮ ਨਾਮ ਦੇ ਭਾਗ 2 ਠੀਕ ਹੈ ਇਹ 10ਵੀਂ ਜਮਾਤ ਵਾਸਤੇ ਹੋਵੇਗਾ ਜੀ। ਠੀਕ ਹੈ, ਸੋ ਸਾਹਿਤਕ ਕਿਰਨਾਂ ਦੇ ਵਿੱਚ ਜੋ ਚੈਪਟਰ ਹਨ ਜਮਾਤ 9ਵੀਂ ਲਈ, ਠੀਕ ਹੈ, ਇਹਨੂੰ ਵੀ ਦੋ ਭਾਗਾਂ ਵਿੱਚ ਡਿਵਾਈਡ ਕਰ ਦਿੱਤਾ ਗਿਆ ਹੈ। ਇਹ ਹੈ ਕਵਿਤਾ ਭਾਗ ਤੇ ਇੱਕ ਹੈ ਵਾਰਤਕ ਭਾਗ। ਸੋ ਕਵਿਤਾ ਭਾਗ ਦੇ ਵਿੱਚ ਸਾਡੇ ਇਹ ਚੈਪਟਰ ਹਨ ਫਰੀਦਾ ਜੇਤੂ ਅਕਲ ਲਤੀਫ। ਠੀਕ ਹੈ, ਬਾਬਾ ਸ਼ੇਖ ਫਰੀਦ ਜੀ ਦਾ ਹੈ ਇਹ ਸ਼ਲੋਕ ਹਨ। ਫਰੀਦਾ ਜੇਤੂ ਅਕਲ ਲਤੀਫ ਪਹਿਲਾ ਪਾਠ ਹੈ। ਦੂਜਾ ਹੈ ਸਿਮਲ ਰੁੱਖ ਸਰਾਇਰਾ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਹੈ ਸਿਮਲ ਰੁੱਖ ਸਰਾਇਰਾ। ਤੇ ਤੀਜਾ ਹੈ ਸਮਾਂ, ਭਾਈ ਵੀਰ ਸਿੰਘ ਜੀ ਦੀ ਕਵਿਤਾ ਹੈ ਸਮਾਂ। ਫਿਰ ਹੈ ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ, ਫਿਰੋਜ਼ਦੀਨ ਸ਼ਰਫ ਦੀ ਕਵਿਤਾ ਹੈ ਜੀ। ਤੇ ਰੁੱਖ ਹੈ ਜੀ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਹੈ। ਤੇ ਇਸ ਤੋਂ ਬਾਅਦ ਹੈ ਨਿਰਦਲ, ਕੰਦ ਲਾਲ ਬੂਟੋ ਦੀ ਰਚਨਾ ਨਿਰਦਲ। ਠੀਕ ਹੈ, ਤੇ ਵਾਰਤਕ ਭਾਗ 'ਚ ਸਾਡੇ ਪਾਠ ਹੁੰਦੇ ਹਨ। ਪਹਿਲਾ ਪਾਠ ਹੈ ਕਬੱਡੀ, ਦੂਜਾ ਹੈ ਮਹਾਤਮਾ ਬੁੱਧ ਦੀਆਂ ਸੁਖਮਤਾਈਆਂ, ਤੀਜਾ ਹੈ ਗੱਪਬਾਜ਼, ਚੌਥਾ ਹੈ ਸਵੈ ਰੱਖਿਆ, ਪੰਜਵਾਂ ਹੈ ਪੰਜਾਬੀ ਵਿਰਸਾ। ਇੱਕ ਹੋਰ ਜ਼ਿਕਰ ਕਰਨ ਦੀ ਲੋੜ ਹੈ ਇੱਥੇ ਕਿ ਜਿਵੇਂ ਹੁਣ ਕੋਵਿਡ-19 ਸਾਡੇ ਇਲਾਕੇ ਦੇ ਵਿੱਚ, ਸਾਡੇ ਏਰੀਏ, ਪੂਰੇ ਭਾਰਤ ਵਰਸ਼ ਦੇ ਵਿੱਚ, ਵਿਸ਼ਵ ਦੇ ਵਿੱਚ ਫੈਲਿਆ ਹੋਇਆ ਹੈ। ਇਸ ਕਰਕੇ CBSE ਬੋਰਡ, ਹਰਿਆਣਾ ਬੋਰਡ ਜਾਂ ਪੰਜਾਬ ਬੋਰਡ ਨੇ ਲਗਭਗ 20 ਤੋਂ 30% ਜਾਂ 30 ਤੋਂ 40% ਅਸੀਂ ਕਹਿ ਸਕਦੇ ਹਾਂ ਸਿਲੇਬਸ ਘੱਟ ਕੀਤਾ ਹੈ। ਸੋ ਕਿਤੇ ਨਾ ਕਿਤੇ ਇਹ ਡਾਊਟ ਸੀ, ਸੋ ਇਹ ਤੁਹਾਡਾ ਡਾਊਟ ਕਲੀਅਰ ਕਰ ਦੇਣਾ। ਇਹ ਸਿਰਫ 9ਵੀਂ 10ਵੀਂ 11ਵੀਂ 12ਵੀਂ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਇਹ ਜੋ ਸਿਲੇਬਸ ਹੈ ਘੱਟ ਹੈ। HTET ਦਾ ਪੇਪਰ ਦੇਣ ਵਾਲੇ ਜੋ ਵਿਦਿਆਰਥੀ ਹਨ ਉਹਨਾਂ ਲਈ ਇਹ ਸਿਲੇਬਸ ਪੂਰਾ ਰਹੇਗਾ। ਤੁਹਾਨੂੰ ਸਾਰੇ ਹੀ ਚੈਪਟਰ ਪੜ੍ਹਨੇ ਪੈਣਗੇ, ਸਾਰੇ ਚੈਪਟਰਾਂ ਦੀ ਦੁਹਰਾਈ ਕਰਨੀ ਪਏਗੀ। ਸੋ ਸਾਹਿਤਕ ਕਿਰਨਾਂ ਦੇ ਵਿੱਚ ਸਾਡੇ ਕੋਲ ਇਹ ਪਾਠ ਸੀ। ਹੁਣ ਅਸੀਂ ਗੱਲ ਕਰਦੇ ਹਾਂ 9ਵੀਂ ਜਮਾਤ ਦੀ ਸਾਹਿਤਕ ਰੰਗ ਬੁੱਕ ਬਾਰੇ, ਤੇ ਇਹਦੇ ਵਿੱਚ ਕਿਹੜੇ ਟੌਪਿਕ ਹੋਣਗੇ। ਸਾਹਿਤਕ ਕਿਰਨਾਂ ਤੋਂ ਬਾਅਦ 9ਵੀਂ ਜਮਾਤ ਦੀ ਅਗਲੀ ਬੁੱਕ ਹੈ ਸਾਹਿਤਕ ਰੰਗ ਭਾਗ 1। ਇਸ ਦੇ ਵਿੱਚ ਕੀ ਹੈ ਜੀ, ਇਹਦੇ ਵਿੱਚ ਕੁੱਲ 4 ਕਹਾਣੀਆਂ ਹਨ। ਸਾਡੀ ਪਹਿਲੀ ਕਹਾਣੀ ਦਾ ਨਾਮ ਹੈ ਇੱਕ ਸਧਾਰਨ ਆਦਮੀ, ਤੇ ਫਿਰ ਹੈ ਪਰਦੇਸ ਨੂੰ ਨਾ ਤੋਰੀ ਬਾਵਲਾ, ਤੀਜੀ ਹੈ ਸਤਿਆ ਸੇ, ਤੇ ਫਿਰ ਹੈ ਦੁੱਧ ਤੇ ਪੁੱਤ। ਇਹ 4 ਕਹਾਣੀਆਂ ਹਨ ਇਸ ਟੌਪਿਕ ਵਿੱਚ। ਤੇ ਇਕਾਂਗੀਆਂ ਹਨ 2, ਕਿਰਤ ਦਾ ਸਤਿਕਾਰ ਅਤੇ ਕਰਤਾਰਾ ਕੌਤਕੀ। 2 ਜੀਵੀਆਂ ਹਨ, ਲਗਭਗ 3 ਜੀਵੀਆਂ ਪੁਲਾੜ ਦੀ ਪਰੀ ਕਲਪਨਾ ਚਾਵਲਾ, ਕਰਤਾਰ ਸਿੰਘ ਸਰਾਭਾ, ਮਦਨ ਲਾਲ ਡੀਂਗਰਾ, ਤੇ ਇੱਕ ਲੇਖ ਹੈ ਮਲਟੀ ਮੀਡੀਆ। ਇਹ ਹਨ ਤੁਹਾਡੇ ਸਾਹਿਤਕ ਰੰਗ ਕਿਤਾਬ ਦੇ ਟੌਪਿਕ। ਆਓ ਹੁਣ ਅਸੀਂ ਕਰਦੇ ਹਾਂ ਚਰਚਾ 10ਵੀਂ ਜਮਾਤ ਦੀ ਕਿਤਾਬਾਂ ਦੀ। 10ਵੀਂ ਦੇ ਵਿੱਚ ਵੀ ਸਾਹਿਤਕ ਕਿਰਨਾਂ ਅਤੇ ਸਾਹਿਤਕ ਰੰਗ ਹੀ ਕਿਤਾਬ ਹੋਏਗੀ, ਪਰ ਇਹ ਭਾਗ 2 ਹੋ ਜਾਏਗਾ। ਠੀਕ ਹੈ ਜੀ। ਸੋ ਆਓ ਇਹਨਾਂ ਕਿਤਾਬਾਂ ਦੇ ਵਿੱਚ ਕਿਹੜੇ ਟੌਪਿਕ ਹਨ ਇਹਦੀ ਚਰਚਾ ਕਰ ਲੈਂਦੇ। ਸੋ ਪਿਆਰੇ ਵਿਦਿਆਰਥੀਓ, 10ਵੀਂ ਜਮਾਤ ਦੇ ਵਿੱਚ ਜੋ ਸਾਡੀਆਂ 2 ਕਿਤਾਬਾਂ ਹਨ, ਉਹਨਾਂ ਤੋਂ ਇੱਕ ਕਿਤਾਬ ਸਾਹਿਤਕ ਕਿਰਨਾਂ ਭਾਗ 2 ਦੇ ਵਿੱਚ ਸਾਡੀਆਂ ਲਗਭਗ 8 ਕਵਿਤਾਵਾਂ ਹਨ। ਇਹ 8 ਕਵਿਤਾਵਾਂ ਕਿਹੜੀਆਂ ਹਨ? ਗੌੜੀ ਬਰਾਗਨ, ਸ਼੍ਰੀ ਗੁਰੂ ਅਮਰਦਾਸ ਜੀ ਦੀ ਰਚਨਾ ਹੈ ਗੌੜੀ ਬਰਾਗਨ ਮਿਜ਼ਬਾਨੀ। ਠੀਕ ਹੈ, ਫਿਰ ਹੈ ਰੁੱਖਾਂ ਬਾਝੋਂ ਧਰਤੀ, ਗੁੰਮਨੇ ਰਸੋਈ ਵਿੱਚੋਂ ਗੁਰੂ ਉਪਦੇਸ਼, ਮਾਨ ਪੰਜਾਬੀ ਦਾ, ਮਾਂ ਜੋ ਇੱਧਰ ਵੀ ਉੱਧਰ ਵੀ, ਅਤੇ ਕੁੱਖ ਦੀ ਆਵਾਜ਼। ਇਹ 8 ਕਵਿਤਾਵਾਂ ਹਨ। ਤੇ ਵਾਰਤਕ ਭਾਗ ਦੇ ਵਿੱਚ ਸਾਡੇ ਕੋਲ ਜੋ ਚੈਪਟਰ ਹਨ ਉਹ ਹੈ ਨੰਬਰ 1 ਦੀ ਰੇਸ, ਆਦਤਾਂ, ਹੈਂਕੜ ਅਤੇ ਹਉਮੈ ਦੀ ਮਾਰ, ਪੱਛੋਂ ਦੀਆਂ ਪੈਣ ਕਣੀਆਂ, ਪਾਣੀਆਂ ਤੇ ਧਰਤੀਆਂ ਦਾ ਦੇਸ਼, ਆਸਟ੍ਰੇਲੀਆ। ਇਹ ਆਸਟ੍ਰੇਲੀਆ ਬਾਰੇ ਜ਼ਿਕਰ ਹੈ, ਇਸ ਤੇ ਰਿਲੇਟਡ ਪ੍ਰਸ਼ਨ ਵੀ ਆਏ ਸੀ। ਪਾਣੀਆਂ ਤੇ ਧਰਤੀਆਂ ਦਾ ਦੇਸ਼, ਕੰਪਿਊਟਰ ਸਾਫਟਵੇਅਰਾਂ ਦੀ ਵਰਤੋਂ, ਪੰਜਾਬ ਦੇ ਲੋਕ ਗੀਤ, ਕਲਾਤਮਕ ਰੁਚੀਆਂ। ਠੀਕ ਹੈ, ਸੋ ਇਹ ਕੁੱਲ ਮਿਲਾ ਕੇ ਸਾਹਿਤਕ ਕਿਰਨਾਂ ਦੇ 16 ਚੈਪਟਰ ਬਣਦੇ ਹਨ ਜੀ। 8 ਕਵਿਤਾਵਾਂ ਹਨ, ਠੀਕ ਹੈ, ਤੇ 8 ਹੀ ਸਾਡੇ ਵਾਰਤਕ ਭਾਗ ਦੇ ਚੈਪਟਰ ਹਨ। ਤੇ ਸਾਹਿਤਕ ਰੰਗ ਦੇ ਵਿੱਚ ਕਿਹੜੇ ਹਨ, ਆਓ ਉਸ ਬਾਰੇ ਦੇਖ ਲਈਏ ਕਿਹੜੇ ਟੌਪਿਕ ਹਨ। ਸੋ ਸਾਹਿਤਕ ਰੰਗ ਕਿਤਾਬ ਦੇ ਵਿੱਚ ਸਾਡੇ ਕੋਲ ਜੋ ਕਹਾਣੀਆਂ ਹਨ, 4 ਕਹਾਣੀਆਂ ਹਨ। ਇਹਦੇ ਵਿੱਚ ਹੈ ਮੈਂ ਕਿਸੇ ਤੋਂ ਘੱਟ ਨਹੀਂ, ਨਾਨੀ ਦਾ ਪਿਆਰ, ਈਅਰਫੋਨ ਅਤੇ ਦੁਸ਼ਮਣੀ। ਫਿਰ ਸਾਡੇ ਕੋਲ 2 ਇਕਾਂਗੀਆਂ ਹਨ ਜੀ, ਬੇਬੇ ਰਾਮ ਭਜਨੀ ਅਤੇ ਰਾਜਿਆਂ ਰਾਜ ਕਰੇਂਦਿਆਂ। ਤੇ ਜੀਵਨੀਆਂ ਹਨ ਸਾਡੇ ਕੋਲ ਬੀਬੀ ਭਾਣੀ ਜੀ, ਉੱਡਣਾ ਸਿੱਖ ਮਿਲਖਾ ਸਿੰਘ, ਡਾਕਟਰ ਅਬਦੁਲ ਕਲਾਮ ਤੇ ਨਾਵਲਕਾਰ ਨਾਨਕ ਸਿੰਘ।
ਸੋ ਇਹ ਹਨ ਸਿੱਟਕ ਰੰਗ ਦੇ ਟੌਪਿਕ, ਠੀਕ ਹੈ ਜੀ। ਇਸ ਤੋਂ ਇਲਾਵਾ ਅਸੀਂ ਅਗਰ ਵਿਆਕਰਨ ਦੀ ਗੱਲ ਕਰੀਏ ਤਾਂ ਵਿਆਕਰਨ 6ਵੀਂ ਤੋਂ ਲੈ ਕੇ 10ਵੀਂ ਤੱਕ ਜੋ TGT ਲੈਵਲ ਦੇ ਵਿੱਚ ਆਉਣੀ ਹੈ, ਇਹ ਓਵਰਆਲ ਤੁਸੀਂ ਕਿਸੇ ਵੀ 7ਵੀਂ 8ਵੀਂ 9ਵੀਂ 10ਵੀਂ ਦੀ ਵਿਆਕਰਨ ਦੇ ਟੌਪਿਕ ਤੁਹਾਨੂੰ ਸਾਰੇ ਹੀ ਪੜ੍ਹਨੇ ਪੈਣਗੇ, ਚਾਹੇ ਉਹ ਨਾਮ ਹੈ, ਪੜਨਾਮ ਹੈ, ਵਿਸ਼ੇਸ਼ਣ ਹੈ, ਕਿਰਿਆ ਹੈ, ਕਿਰਿਆ ਵਿਸ਼ੇਸ਼ਣ ਹੈ। ਸੋ ਇਸ 'ਤੇ ਅਸੀਂ ਕੋਈ ਪਾਰਟੀਕੂਲਰ ਕਹਿ ਨਹੀਂ ਸਕਦੇ ਕਿ ਤੁਸੀਂ 4 ਜਾਂ 5 ਟੌਪਿਕ ਕਰ ਲਓ, ਠੀਕ ਹੈ। ਇਹ ਟੌਪਿਕ ਤੁਹਾਨੂੰ ਮੋਟੇ-ਮੋਟੇ ਸਾਰੇ ਹੀ ਲਰਨ ਕਰਨੇ ਪੈਣਗੇ, ਪੜ੍ਹ ਕੇ ਜਾਣੇ ਪੈਣਗੇ, ਕਿਉਂਕਿ ਇਸ 'ਤੇ ਆਧਾਰਿਤ ਕੋਈ ਵੀ ਤੁਹਾਨੂੰ 1 ਨੰਬਰ 2 ਨੰਬਰ 3 ਨੰਬਰ ਦੇ ਕੋਈ ਵੀ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ। ਸੋ ਸਾਡੇ ਲਈ ਤਾਂ 1 ਨੰਬਰ ਵੀ ਇੰਪੋਰਟੈਂਟ ਹੈ। ਸੋ ਵਿਆਕਰਨ ਦੇ ਟੌਪਿਕ ਤੁਸੀਂ ਸਾਰੇ ਹੀ ਕਰਨੇ ਹਨ ਜੀ, ਠੀਕ ਹੈ। ਖਾਸ ਕਰਕੇ ਤੁਸੀਂ 9ਵੀਂ ਜਾਂ 10ਵੀਂ ਜਮਾਤ ਦੀ ਵਿਆਕਰਨ ਦੀ ਬੁੱਕ ਕੋਈ ਪੜ੍ਹ ਸਕਦੇ ਹੋ, ਜਾਂ ਕੋਈ ਵੀ ਤੁਹਾਡੇ ਕੋਲ ਅਵੇਲੇਬਲ ਹੋਵੇ, ਤੁਸੀਂ ਉਹ ਵਿਆਕਰਨ ਦੀ ਬੁੱਕ ਪੜ੍ਹ ਕੇ ਆਪਣੇ ਵਿਆਕਰਨ ਦੇ ਟੌਪਿਕ ਲਰਨ ਕਰ ਸਕਦੇ ਹੋ। ਸੋ ਇੱਕ ਵਾਰੀ ਫਿਰ ਦੱਸਦਾ, 6ਵੀਂ ਜਮਾਤ ਦੀ ਕਿਤਾਬ ਪੰਜਾਬੀ ਦੀ ਹਰਿਆਣਾ ਬੋਰਡ ਦੀ, 7ਵੀਂ ਜਮਾਤ ਦੇ ਵਿੱਚ ਦੂਜਾ ਪੜਾਅ, 8ਵੀਂ ਦੇ ਵਿੱਚ ਉਡਾਨ, 9ਵੀਂ ਤੇ 10ਵੀਂ ਦੇ ਵਿੱਚ ਸਿੱਟਕ ਕਿਰਨਾਂ ਅਤੇ ਸਿੱਟਕ ਰੰਗ, ਇਹ ਕਿਤਾਬਾਂ ਹਨ ਜਿਨ੍ਹਾਂ ਦੇ ਅਸੀਂ ਟੌਪਿਕਾਂ ਦੀ ਗੱਲ ਕਰ ਚੁੱਕੇ ਹਾਂ। ਇਹ HTET ਪੰਜਾਬੀ ਦਾ ਪੇਪਰ ਦੇਣ ਵਾਲੇ TGT ਲੈਵਲ, ਠੀਕ ਹੈ, TGT ਲੈਵਲ ਦਾ ਜੋ ਪੇਪਰ ਦੇ ਰਹੇ ਹਨ ਉਹਨਾਂ ਵਾਸਤੇ ਹੈ ਜੀ, ਠੀਕ ਹੈ। ਇਸ ਤੋਂ ਬਾਅਦ ਅਸੀਂ PGT ਲੈਵਲ ਦੀ ਗੱਲ ਕਰਾਂਗੇ। ਸੋ ਉਮੀਦ ਕਰਦਾ ਤੁਹਾਨੂੰ ਅੱਛੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਸੋ ਮੇਰੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹਨ। ਗੁੱਡ ਲੱਕ, ਥੈਂਕ ਯੂ।